महफिल टीवी ਦੇ ਦਰਸ਼ਕਾਂ ਦਾ ਆਵਾਜ਼ ਇੰਟਰਨੈਸ਼ਨਲ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਨਵਪਤੀ ਵੱਲੋਂ ਸਤਿ ਸ਼੍ਰੀ ਅਕਾਲ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਟਿਊਜ਼ਡੇ ਹੈ ਔਰ ਟਿਊਜ਼ਡੇ ਨੂੰ ਸਾਡਾ ਪ੍ਰੋਗਰਾਮ ਦੇ ਵਿੱਚ ਸਪੈਸ਼ਲ ਸੈਗਮੈਂਟ ਹੁੰਦਾ ਹੈ ਹਿਡਨ ਟੈਲੈਂਟ ਦਾ। ਹਿਡਨ ਟੈਲੈਂਟ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਟੈਲੈਂਟ ਲੈ ਕੇ ਤੁਹਾਡੇ ਲਈ ਫਿਰ ਮੈਂ ਹਾਜ਼ਰ ਹੋਈ ਹਾਂ। ਅੱਜ ਦੇ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਇਹਦੇ ਵਿੱਚ ਮੇਰੇ ਨਾਲ ਸ਼ਾਮਿਲ ਹੈਗੇ ਆ ਹਰਪ੍ਰੀਤ ਕੌਰ ਜੀ। ਹਰਪ੍ਰੀਤ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਮੇਰੇ ਵੱਲੋਂ ਮਹਿਫਿਲ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਰਪ੍ਰੀਤ ਸਾਡੇ ਲਈ ਥੋੜਾ ਡਿਫਰੈਂਟ ਤਰ੍ਹਾਂ ਦਾ ਟੈਲੈਂਟ ਲੈ ਕੇ ਆਇਆ, ਜਿਸ ਤਰ੍ਹਾਂ ਕਿ ਪਿਛਲੇ ਐਪੀਸੋਡਸ ਦੇ ਵਿੱਚ ਤੁਸੀਂ ਦੇਖਿਆ ਕਿ ਸਿੰਗਿੰਗ ਵਾਲੇ ਸਾਰੇ ਜਿਹੜੇ ਸਾਡੇ ਕੰਟੈਸਟੈਂਟ ਸੀਗੇ ਉਹ ਆਏ ਹੈਗੇ ਆ, ਤੇ ਅੱਜ ਦੇ ਜਿਹੜੇ ਹਰਪ੍ਰੀਤ ਜੀ ਆ ਇਹ ਸਾਡੇ ਲਈ ਕੁਝ ਡਾਂਸ ਦੀਆਂ ਆਈਟਮਸ ਲੈ ਕੇ ਆਏ ਆ। ਸੋ ਕੁਝ ਗੱਲਬਾਤ ਕਰਦੇ ਹਾਂ ਹਰਪ੍ਰੀਤ ਜੀ ਦੇ ਨਾਲ। ਹਰਪ੍ਰੀਤ ਜੀ ਤੁਸੀਂ ਇਹ ਦੱਸੋ ਕਿ ਡਾਂਸ ਦਾ ਤੁਹਾਡਾ ਸ਼ੌਕ ਹੈਗਾ, ਤੁਸੀਂ ਦੱਸਿਆ ਕਿ ਤੁਹਾਨੂੰ ਡਾਂਸ ਕਰਨੇ ਦਾ ਬਹੁਤ ਸ਼ੌਕ ਹੈ, ਪਰ ਤੁਸੀਂ ਡਾਂਸ ਕਰਨੇ ਤੋਂ ਇਲਾਵਾ ਜਿਹੜਾ ਹੈਗਾ ਤੁਸੀਂ ਐਜ਼ ਅ ਪ੍ਰੋਫੈਸ਼ਨ ਵਾਈਜ਼ ਕੀ ਕਰਦੇ ਹੋ? ਨਰਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਸਾਰੀ ਟੀਮ ਨੂੰ ਕੰਗ੍ਰੈਚੁਲੇਟ ਕਰਨਾ ਚਾਹੂੰਗੀ ਇਹ ਹਿਡਨ ਟੈਲੈਂਟ ਪ੍ਰੋਗਰਾਮ ਲਈ, ਰਾਈਟ? ਕਿਉਂਕਿ ਇੱਕ ਟੈਲੈਂਟ ਨੂੰ ਇੱਥੇ ਤੱਕ ਲੈ ਕੇ ਆਉਣਾ ਤੇ ਫਿਰ ਉਹਨੂੰ ਕਹਿਣਾ ਕਿ ਹਾਂਜੀ ਕੁਝ ਕਰਕੇ ਦਿਖਾਓ, ਬਹੁਤ ਜ਼ਿਆਦਾ ਸੌਖੀ ਗੱਲ ਹੈ। ਪਰ ਹਿਡਨ ਟੈਲੈਂਟ ਨੂੰ ਇਕੱਠਾ ਕਰਕੇ ਕਹਿ ਦੇਣਾ ਕਿ ਹਾਂਜੀ ਤੁਸੀਂ ਕੁਝ ਪਰਫਾਰਮ ਕਰੋ, ਇਟਸ ਅ ਰੀਲੀ ਟਫ ਜੌਬ। ਆਈ ਵੁੱਡ ਲਾਈਕ ਟੂ ਕੰਗ੍ਰੈਚੁਲੇਟ। ਥੈਂਕ ਯੂ। ਔਰ ਸਾਡਾ ਪਰਪਸ ਵੀ ਇਹੀ ਹੈਗਾ ਹੈ ਕਿ ਜਿਹੜੇ ਜਿਨ੍ਹਾਂ ਲੋਕਾਂ ਦੇ ਵਿੱਚ ਟੈਲੈਂਟ ਹੈਗਾ ਆ ਔਰ ਟੈਲੈਂਟ ਦੇ ਭਰੇ ਹੋਇਆ, ਪਰ ਉਹਨਾਂ ਨੂੰ ਕਦੀ ਕਹਿ ਲਓ ਕਿ ਮੌਕਾ ਨਹੀਂ ਮਿਲਿਆ, ਕੋਈ ਚਾਂਸ ਨਹੀਂ ਮਿਲਿਆ, ਜਾਂ ਕਦੀ ਸਬਬ ਵੀ ਐਸਾ ਨਹੀਂ ਬਣਿਆ ਕਿ ਉਹ ਆਪਣਾ ਜਿਹੜਾ ਟੈਲੈਂਟ ਆ ਕਿਸੇ ਨੂੰ ਦਿਖਾ ਸਕਣ। ਸੋ ਇਸ ਪ੍ਰੋਗਰਾਮ ਦੇ ਜਰੀਏ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਟੈਲੈਂਟ ਜਿਹੜਾ ਅਸੀਂ ਸਾਰੇ ਆਪਣੇ ਦਰਸ਼ਕਾਂ ਦੇ ਨਾਲ ਜਿਹੜਾ ਉਹ ਟੈਲੈਂਟ ਹੈ ਸਾਂਝਾ ਕਰੀਏ। ਆਪਾਂ ਗੱਲ ਕਰ ਰਹੇ ਸੀ ਮੇਰੇ ਪ੍ਰੋਫੈਸ਼ਨ ਵਾਈਜ਼ ਮੈਂ ਨਰਸ ਹਾਂ। ਇੰਡੀਆ ਤੋਂ ਮੇਰੀ BSc ਨਰਸਿੰਗ ਕੀਤੀ ਹੋਈ ਹੈ। ਮੈਂ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਗ੍ਰੈਜੂਏਟ ਹਾਂ। ਅੱਜ ਤੋਂ ਬਹੁਤ ਸਾਲ ਪਹਿਲਾਂ ਜਦੋਂ ਮੈਨੂੰ ਮੌਕਾ ਮਿਲਿਆ ਆਪਣੇ ਕਾਲਜ ਖਤਮ ਕਰਕੇ ਕੈਨੇਡਾ ਐਜ਼ ਅ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਜਾਣ ਦਾ, ਤੇ ਉਸ ਟਾਈਮ ਦੇ ਉੱਤੇ ਮੈਂ ਕੈਨੇਡਾ ਪਹਿਲੀ ਵਾਰੀ ਦੇਖਿਆ ਸੀ ਜੀ। ਤੇ ਹੁਣ ਸਾਨੂੰ ਇੱਥੇ ਰਹਿੰਦੇ 7 ਸਾਲ ਹੋ ਚੁੱਕੇ, ਪਰ ਇੱਥੇ ਆ ਕੇ ਨਰਸਿੰਗ ਕਰੀਅਰ ਨੂੰ ਦੁਬਾਰਾ ਪਾਉਣ ਲਈ ਬਹੁਤ ਸਾਰੇ ਹਰਡਲਸ ਰਹਿੰਦੇ ਆ ਜੀ। ਰਾਈਟ ਨਾਓ ਪ੍ਰੈਜ਼ੈਂਟਲੀ ਮੈਂ ਐਜ਼ ਅ ਫੂਡ ਇਨਸਪੈਕਸ਼ਨ ਏਜੰਸੀ ਨਾਲ ਕੰਮ ਕਰ ਰਹੀ ਹਾਂ। ਇਟਸ ਅ ਪ੍ਰਾਈਵੇਟ ਗਰੁੱਪ, ਬਟ I'm practicing my health profession in that field. In that field, okay. ਔਰ ਤੁਸੀਂ ਆਪਣੇ ਜਿਹੜਾ ਜਿਸ ਤਰ੍ਹਾਂ ਕਿ ਹੈਗਾ ਹੈ ਕਿ ਜਦੋਂ ਆਪਾਂ ਇੰਡੀਆ ਤੋਂ ਕਰਕੇ ਆਉਂਦੇ ਹਾਂ ਕੋਈ ਵੀ ਪ੍ਰੋਫੈਸ਼ਨ ਦੇ ਵਿੱਚੋਂ ਅਸੀਂ ਆਪਣੇ ਮਾਸਟਰਸ ਕਰਕੇ ਆਉਂਦੇ ਹਾਂ, ਬੈਚਲਰ ਕਰਕੇ ਆਉਂਦੇ ਹਾਂ, ਪਰ ਇੱਥੇ ਆ ਕੇ ਫਿਰ ਤੁਹਾਨੂੰ ਅੰਟੇਰੀਓ ਦੇ ਵਿੱਚ ਆ ਕੇ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪੈਂਦਾ ਉਸ ਲੈਵਲ ਤੱਕ ਲੈ ਕੇ ਜਾਣ ਦੇ ਲਈ। ਇੱਥੇ ਆ ਕੇ ਇਹ ਹੈ ਕਿ ਤੁਹਾਨੂੰ ਨਰਸਿੰਗ ਲਾਇਸੈਂਸ ਕੈਨੇਡੀਅਨ ਇਕੁਇਵਲੈਂਸੀ ਦੇ ਨਾਲ ਲੈਣ ਵਾਸਤੇ ਐਗਜ਼ਾਮ ਪਾਸ ਕਰਨੇ ਪੈਂਦੇ ਆ। ਪਹਿਲਾਂ ਤਾਂ ਲਾਇਸੈਂਸ ਐਗਜ਼ਾਮ, ਉਹਦੇ ਤੋਂ ਬਾਅਦ ਤੁਹਾਡਾ ਲਾਅ ਐਗਜ਼ਾਮ, ਫਿਰ ਤੁਹਾਨੂੰ ਇੰਗਲਿਸ਼ ਪ੍ਰੋਫੀਸ਼ੀਐਂਸੀ ਵੀ ਦਿਖਾਣੀ ਪੈਂਦੀ ਹੈ ਕਿ ਆਈ ਕੈਨ ਕਮਿਊਨੀਕੇਟ ਵੈਲ ਟੂ ਦਾ ਪੇਸ਼ੈਂਟਸ, ਰਾਈਟ? ਸੋ ਉਹਨਾਂ ਸਾਰਿਆਂ ਨੂੰ ਲੈਣਾ ਥੋੜਾ ਔਖਾ ਸੀ। I'm back to there, but not practicing fully as a nurse right now. Hopefully soon you will be there soon. So ਹਰ ਕੁਝ ਵੀ ਕਰਦੇ ਆਪਾਂ, ਕੁਝ ਵੀ ਲਾਈਫ ਦੇ ਵਿੱਚ ਕਰਨਾ ਹੁੰਦਾ ਉਹਦਾ ਟਾਈਮ ਤਾਂ ਲੱਗਦਾ ਹੀ ਹੈ ਥੋੜਾ, ਹੈ ਨਾ? ਪਰ when you continue doing it ਤੇ ਉਹਦੇ ਨਾਲ ਆਪਣੇ ਆਪ ਜਿਹੜਾ ਇੱਕ ਨਾ ਇੱਕ ਦਿਨ ਤੇ ਕੋਈ ਵੀ ਤੁਸੀਂ ਨਾਟ ਓਨਲੀ ਜਿਹੜਾ ਤੁਸੀਂ ਨਰਸਿੰਗ ਦਾ ਪ੍ਰੋਫੈਸ਼ਨ ਕਹਿ ਲਓ ਜਾਂ ਕੁਝ ਵੀ ਹੈ, ਆਪਾਂ ਲਾਈਫ ਦੇ ਵਿੱਚ ਕਦੀ ਵੀ ਕੁਝ ਕਰਨਾ ਸਭ ਤੋਂ ਹਾਰਡ ਕੰਮ ਹੁੰਦਾ ਉਹਨੂੰ ਸ਼ੁਰੂ ਕਰਨਾ। ਹਾਂਜੀ, ਕਿਉਂਕਿ ਅਸੀਂ ਇੱਕ ਵਾਰੀ ਸ਼ੁਰੂ ਕਰ ਲੈਂਦੇ ਤੇ ਆਬਵੀਅਸਲੀ ਥੋੜਾ ਟਾਈਮ ਲਾ ਕੇ ਕਰਕੇ ਉਹ ਜਿਹੜਾ ਆ ਆਪਣਾ ਤੁਸੀਂ ਉਸ ਲੈਵਲ ਤੱਕ ਪਹੁੰਚ ਜਾਂਦੇ। ਪਰ ਇਹ ਗੱਲ ਹੈ ਕਿ ਜਿਵੇਂ ਇੰਡੀਆ 'ਚ ਸੁਣ ਲਿਆ ਜਾਂਦਾ ਸੀ ਨਾ ਕਿ ਨਰਸਿੰਗ ਦੀ ਬੜੀ ਲੋੜ ਹੈ ਕੈਨੇਡਾ 'ਚ, ਜਾਂਦੇ ਹੀ ਜੌਬ ਮਿਲ ਜਾਣੀ ਹੈ, ਉਹ ਸੱਚ ਗੱਲ ਨਹੀਂ ਹੈ। ਹਾਂਜੀ, ਨਹੀਂ ਉਹ ਤਾਂ ਹੈਗਾ ਹੀ ਆ ਕਿ ਸਾਨੂੰ ਆਪਾਂ ਜਦੋਂ ਇੰਡੀਆ 'ਚ ਹੁੰਦੇ ਆ ਡਿਫਰੈਂਟ ਪਿਕਚਰ ਦਿਖਾਈ ਜਾਂਦੀ ਆ, ਜਦ ਕਿ ਰਿਐਲਿਟੀ ਜਿਹੜੀ ਆ ਉਹ ਕੁਝ ਹੋਰ ਹੁੰਦੀ ਹੈਗੀ ਆ। ਦੋਸਤੋ ਅਸੀਂ ਇਸੇ ਤਰ੍ਹਾਂ ਹੀ ਗੱਲਾਂ ਕਰਦੇ ਰਹਾਂਗੇ ਹਰਪ੍ਰੀਤ ਜੀ ਦੇ ਨਾਲ, ਪਰ ਅਸੀਂ ਦੇਖਦੇ ਹਾਂ ਸਭ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਇਹ ਪਰਫਾਰਮੈਂਸ
ਜੀ ਬਹੁਤ ਵਧੀਆ ਲੱਗੀ ਤੁਹਾਡੀ ਜਿਹੜੀ ਪਰਫਾਰਮੈਂਸ ਸੀ, ਤੁਸੀਂ ਬਹੁਤ ਵਧੀਆ Thank you. ਪਰਫਾਰਮ ਕੀਤਾ ਹੈ। ਦ Song ਵਾਸ ਚੋਜ਼ਨ ਵੈਰੀ ਗੁੱਡ, ਔਰ ਤੁਹਾਡੀ ਜਿਹੜੀ ਡਾਂਸਿੰਗ ਦੀਆਂ ਐਬਿਲਿਟੀਜ਼ ਆ ਉਹ ਤਾਂ ਬਹੁਤ ਹੀ ਕਮਾਲ ਦੀਆਂ ਹੈਗੀਆਂ ਹੀ ਹੈਗੀਆਂ। ਥੈਂਕਸ ਅ ਲੋਟ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਡਾਂਸ ਜਿਹੜਾ ਪਰਫਾਰਮ ਕੀਤਾ, ਤੁਸੀਂ ਇਹ ਕਿਤੇ ਕਿਸੇ ਤੋਂ ਕੋਈ ਟ੍ਰੇਨਿੰਗ ਲਈ ਸੀਗੀ ਪਹਿਲਾਂ? ਨਹੀਂ, ਪੰਜਾਬ ਦੇ ਵਿੱਚ ਤਾਂ ਕੁੜੀਆਂ ਨੂੰ ਨੱਚਣ ਗਾਉਣ ਦਾ ਸ਼ੌਂਕ ਵੈਸੇ ਹੀ ਹੁੰਦਾ, ਸੱਭਿਆਚਾਰ ਦੇ ਨਾਲ ਰਲਣ ਦਾ। ਤਾਂ ਜਦੋਂ ਮੈਂ ਕਾਲਜ ਜੁਆਇਨ ਕੀਤਾ ਤਾਂ ਉੱਥੇ ਕੰਪੀਟੀਸ਼ਨਸ ਹੁੰਦੇ ਰਹਿੰਦੇ ਹੁੰਦੇ ਸੀ, ਤਾਂ ਉਹ ਟੀਚਿੰਗ ਲੈਵਲ ਤੇ ਤੁਹਾਨੂੰ ਸਿਖਾਉਂਦੇ ਵੀ ਰਹਿੰਦੇ ਹੁੰਦੇ ਸੀ। ਉਹਦੇ ਤੋਂ ਬਾਅਦ ਬਸ ਇੱਕ ਸ਼ੌਂਕ ਹੀ ਬਣ ਗਿਆ ਕਿ ਦਿਲ ਕਰਦਾ ਰਹਿੰਦਾ ਸੀ ਕਿ ਕਦੀ ਕਿਤੇ ਪਰਫਾਰਮ ਕਰੀਏ। ਸੋ ਕਾਲਜਿਸ ਦੇ ਵਿੱਚ ਕਦੀ ਤੁਸੀਂ ਦਾ ਮੌਕਾ ਮਿਲਿਆ ਤੁਹਾਨੂੰ ਡਾਂਸ ਕਰਨ ਦਾ ਕਾਲਜ ਦੀ ਸਟੇਜ ਦੇ ਉੱਤੇ? ਕਾਲਜ ਦੇ ਵਿੱਚ ਤਾਂ ਬਹੁਤ ਵਾਰੀ ਟਾਈਮ, ਜਿਵੇਂ ਐਨੂਅਲ ਫੰਕਸ਼ਨ ਹੁੰਦੇ ਸੀ, ਫੇਅਰਵੈਲ ਸੀ, ਤਾਂ ਉੱਥੇ ਟਾਈਮ ਮਿਲਦਾ ਰਹਿੰਦਾ ਸੀ ਪਰਫਾਰਮ ਕਰਨ ਦਾ। ਪਰ ਹੁਣ ਤਾਂ 7 ਸਾਲਾਂ ਤੋਂ ਇਦਾਂ ਲੱਗਦਾ ਸੀ ਵੀ ਜਿੱਦਾਂ ਭੁੱਲ ਗਿਆ ਸਾਰਾ ਕੁਝ। ਸੋ ਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਸਾਰੀਆਂ ਆਪਣੀਆਂ ਜਿਹੜੀਆਂ ਮੈਮਰੀਜ਼ ਹੈਗੀਆਂ ਉਹ ਦੁਬਾਰਾ ਵਾਪਸ ਆ ਰਹੀਆਂ। ਦੈਟਸ ਵੰਡਰਫੁਲ, ਦੈਟਸ ਵਾਟ ਵੀ ਵਾਂਟ ਕਿ ਤੁਸੀਂ ਆ ਕੇ ਪਰਫਾਰਮ ਤਾਂ ਕਰੋ ਪਰ ਨਾਲ ਤੁਸੀਂ ਖੁਦ ਵੀ ਇੰਜੋਏ ਕਰੋ। ਇਹੀ ਸਾਡਾ ਮਕਸਦ ਹੈਗਾ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਚਲਾਉਣੇ ਦਾ। ਹਰਪ੍ਰੀਤ ਜੀ, ਹੋਰ ਮੈਂ ਪੁੱਛਦੀ ਸੀ ਕਿ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ 7 ਸਾਲ ਹੋ ਗਏ ਇੱਥੇ ਆਏ। ਹਾਂਜੀ। ਸੋ ਆਪਾਂ ਦਰਸ਼ਕਾਂ ਦੇ ਨਾਲ ਐਂਟਰਟੇਨਮੈਂਟ ਤਾਂ ਜਿਹੜਾ ਕਰਾਂਗੇ ਤੁਹਾਡੀ ਜਿਹੜੀ ਪਰਫਾਰਮੈਂਸ ਹੈ ਦੁਬਾਰਾ ਵੀ ਅਸੀਂ ਦੇਖਾਂਗੇ, ਪਰ ਜਿੱਦਾਂ ਤੁਸੀਂ ਇੱਥੇ ਆ ਕੇ ਫੈਮਿਲੀ ਦੇ ਨਾਲ ਆਪਣੀ ਜਿਹੜੀ ਤੁਸੀਂ ਲਾਈਫ ਸ਼ੁਰੂ ਕੀਤੀ, ਰਾਈਟ? ਹਾਂਜੀ। ਸੋ ਥੋੜੀ ਜਿਹੀ ਆਪਾਂ ਦਰਸ਼ਕਾਂ ਨੂੰ ਇਹ ਦੱਸਦੇ ਹਾਂ ਕਿ ਜਦੋਂ ਅਸੀਂ ਐਜ਼ ਅ ਨਿਊ ਇਮੀਗ੍ਰੈਂਟ ਇੱਥੇ ਆਉਂਦੇ ਹਾਂ ਤੇ ਵਿਮਨਸ ਨੂੰ ਜਿਹੜੀਆਂ ਹੈਗੀਆਂ ਕਿਹੜੀਆਂ ਮੇਨ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਰਾਈਟ ਵੇ ਆ ਕੇ? ਸਭ ਤੋਂ ਪਹਿਲੀ ਪ੍ਰੋਬਲਮ ਤਾਂ ਤੁਹਾਡਾ ਮਾਈਂਡ ਸੈਟਅਪ ਜਿਹੜਾ ਉਹ ਥੋੜਾ ਚੇਂਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ, ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਗੱਲ ਐਜ਼ ਬੀਇੰਗ ਅ ਪ੍ਰਿੰਸੀਪਲ ਮੈਂ ਕੰਮ ਕਰਦੀ ਰਹੀ ਹਾਂ ਉੱਥੇ, ਪਰ ਫਿਰ ਵੀ ਇੱਕ ਜਿਹੜਾ ਡਿਪੈਂਡੈਂਸੀ ਲੈਵਲ ਹੈ ਉਹ ਇੱਥੇ ਆ ਕੇ ਟੋਟਲੀ ਚੇਂਜ ਹੋ ਜਾਂਦਾ। ਮਤਲਬ ਯੂ ਫੀਲ ਕਿ ਵੂਮਨ ਇਜ਼ ਇੰਡੀਪੈਂਡੈਂਟ, ਰਾਈਟ? ਇੱਥੇ ਆ ਕੇ ਤੁਹਾਨੂੰ ਠੀਕ ਹੈ, ਬਟ ਉਹਨੂੰ ਕੀ ਕਹਿੰਦੇ ਆ ਮੰਨਣਾ ਤੇ ਉਸ ਲੈਵਲ ਤੱਕ ਆਪਣੇ ਆਪ ਨੂੰ ਲੈ ਕੇ ਜਾਣਾ, ਉਹਦੇ ਵਿੱਚ ਥੋੜਾ ਟਾਈਮ ਲੱਗ ਜਾਂਦਾ। ਬਾਕੀ ਵੂਮਨ ਦੇ ਰਾਈਟ, ਜਿਵੇਂ ਤੁਸੀਂ ਡਰਾਈਵ ਆਪ ਕਰ ਸਕਦੇ ਆ, ਆਪਣੀ ਮਰਜ਼ੀ ਨਾਲ ਕੰਮ ਚੂਜ਼ ਕੀਤਾ। ਮੈਂ ਨਿੱਕੀ ਜਿਹੀ ਐਗਜ਼ਾਮਪਲ ਦੇਣਾ ਚਾਹੂੰਗੀ ਕਿ ਇੰਡੀਆ ਜੇ ਤੁਸੀਂ ਰਾਤੀ 11 ਜਾਂ 12 ਵਜੇ ਤੱਕ ਘਰੋਂ ਬਾਹਰ ਹੋ ਤਾਂ ਇਹ ਅਸੈਪਟੇਬਲ ਹਜੇ ਵੀ ਨਹੀਂ ਹੈ। ਅੱਛਾ ਜੀ, ਠੀਕ ਹੈ ਜੀ। ਪਰ ਮੈਂ ਬਾਕੀਆਂ ਬਾਰੇ ਨਹੀਂ ਜਾਣਦੀ, ਪਰ ਮੈਂ ਆਪਣੀ ਫੈਮਿਲੀ ਬਾਰੇ ਦੱਸ ਰਹੀ ਹਾਂ। ਪਰ ਜੇ ਇਹੀ ਗੱਲ ਮੈਂ ਇੱਥੇ ਆ ਕੇ ਦੇਖੀ ਕਿ ਮੈਂ ਸਵੇਰੇ 6 ਵਜੇ ਘਰੋਂ ਜਾ ਕੇ ਤੇ ਸ਼ਾਮੀ 6 ਵਜੇ ਤੱਕ ਆਪਣੇ ਕੰਮ ਤੇ ਹੁੰਦੀ ਸੀ, ਤੇ ਸ਼ਾਮ ਨੂੰ 6, 6:30 ਤੋਂ ਲੈ ਕੇ ਰਾਤੀ 12 ਵਜੇ ਤੱਕ ਮੈਂ ਫਿਰ ਆਪਣੀ ਪ੍ਰੀਸੈਪਟਰਸ਼ਿਪ ਕੋਲ ਜਾਂਦੀ ਸੀ ਆਪਣੀ ਪਲੇਸਮੈਂਟਸ ਦੇ ਵਾਸਤੇ, ਤਾਂ ਕਿ ਮੈਂ ਆਪਣਾ ਨਰਸਿੰਗ ਲਾਇਸੈਂਸ ਅਰਨ ਕਰ ਸਕਾਂ ਆਪਣੇ ਫਾਈਨੈਂਸ਼ੀਅਲ ਸਟੇਟਸ ਨੂੰ ਨਾਲ ਰੱਖ ਕੇ। ਤਾਂ ਉਦੋਂ ਮੈਂ ਰਾਤੀ 12, 12:30 ਵਜੇ ਘਰ ਵਾਪਸ ਆਣਾ, ਤੇ ਜਦੋਂ ਕਦੀ ਵੀ ਮੈਂ ਆਪਣੀ ਗੱਡੀ ਨੂੰ ਡਰਾਈਵੇ ਤੇ ਪਾਰਕ ਕੀਤਾ ਤਾਂ ਇੱਕੋ ਗੱਲ ਕਹੀ, ਪਰਮਾਤਮਾ ਤੇਰਾ ਸ਼ੁਕਰ ਹੈ ਕਿ ਮੈਂ ਕੈਨੇਡਾ ਚ ਜੀ, ਕਿਉਂਕਿ ਇੰਡੀਆ ਚ ਸੇਫਟੀ ਜਿਹੜੀ ਹਜੇ ਵੀ ਕੰਪਰੋਮਾਈਜ਼ ਕਰਦੇ, ਔਰ ਤੁਸੀਂ ਇਹ ਇਮੇਜਿਨ ਹੀ ਨਹੀਂ ਕਰ ਸਕਦੇ ਕਿ ਇਹ ਲਾਈਫ ਸਟਾਈਲ ਤੁਸੀਂ ਇੰਡੀਆ ਚ ਹਜੇ ਵੀ ਰੱਖ ਸਕਦੇ। ਉੱਥੇ ਤੁਸੀਂ ਜਾਣਾ ਤਾਂ ਤੁਹਾਨੂੰ ਫਾਦਰ ਛੱਡ ਕੇ ਆ ਰਹੇ ਆ, ਕੋਈ ਲੈ ਕੇ ਆ ਰਿਹਾ। ਜੇ ਤੁਸੀਂ ਖੁਦ ਡਰਾਈਵ ਕਰ ਰਹੇ ਤਾਂ ਯੂ ਸ਼ੁੱਡ ਬੀ ਵਿਦਿਨ ਅ ਟਾਈਮ ਲਿਮਿਟ ਐਟ ਹੋਮ। ਯੂ ਡੋਂਟ ਇਵਨ ਰੀਅਲੀ ਫੀਲ ਸੇਫ ਦੈਟ ਕਿ ਮੈਂ ਇਕੱਲੀ ਤੁਰੀ ਫਿਰ ਰਹੀ ਜੀ, ਬਿਕਾਜ਼ ਉੱਥੇ ਦਾ ਮਾਹੌਲ ਹੀ ਕਹਿ ਲਓ ਕਿ ਇਸ ਤਰ੍ਹਾਂ ਦਾ ਹੈਗਾ। ਸੋ ਇਸ ਕਰਕੇ ਵੀ ਕੈਨ ਕਾਲ ਆਵਰਸੈਲਫ ਵੈਰੀ ਫੋਰਚੂਨੇਟ ਕਿ ਅਸੀਂ ਇੱਥੇ ਏਦਾਂ ਦੀ ਕੰਟਰੀਜ਼ ਹੈਗੀਆਂ ਕਿ ਜਿੱਥੇ ਅਸੀਂ ਇੰਡੀਪੈਂਡੈਂਟ ਕਿਸੇ ਟਾਈਮ ਤੇ ਵੀ ਕਿਤੇ ਵੀ ਅਸੀਂ ਜਾ ਸਕਦੇ ਹਾਂ। ਮੈਂ ਵਿਸ਼ ਕਰਦੀ ਹਾਂ ਕਿ ਇਦਾਂ ਦਾ ਮਾਹੌਲ ਇੰਡੀਆ ਵਿੱਚ ਥੋੜਾ ਜਲਦੀ ਆ ਜਾਏ। ਸੋ ਵੀ ਕੈਨ ਓਨਲੀ ਪ੍ਰੇ ਫॉर ਇਟ ਕਿ ਸਮਡੇ ਮੇਬੀ ਆਉਣ ਵਾਲੀ ਜਨਰੇਸ਼ਨਸ ਦੇ ਲਈ ਹੋ ਸਕੇ, ਕਦੀ ਸ਼ਾਇਦ ਕਦੀ ਚੇਂਜ ਹੋ ਜਾਵੇ। ਤੇ ਹਰਪ੍ਰੀਤ, ਤੁਸੀਂ ਮੈਨੂੰ ਦੱਸੋ ਕਿ ਜਿੱਦਾਂ ਤੁਸੀਂ ਕਿਹਾ ਕਿ ਇੰਡੀਪੈਂਡੈਂਸ ਦੀ ਤੇ ਚਲੋ ਵਿਮਨ ਇੰਡੀਪੈਂਡੈਂਸ ਤਾਂ ਹੋ ਗਿਆ, ਪਰ ਜਿਸ ਤਰ੍ਹਾਂ ਹੁਣ ਤੁਸੀਂ ਉੱਥੋਂ ਐਜ਼ ਏ ਪ੍ਰੋਫੈਸ਼ਨਲ ਆਏ ਸੀਗੇ, ਤੁਸੀਂ ਉੱਥੇ ਆਲਰੇਡੀ ਜੌਬ ਕਰਦੇ ਸੀਗੇ, ਤੇ ਇੱਥੇ ਆ ਕੇ ਤੁਸੀਂ ਫਿਰ ਜੌਬ ਸ਼ੁਰੂ ਕੀਤੀ। ਕਹਿ ਲਓ ਕਿ ਉੱਥੇ ਤੁਸੀਂ ਹਾਈ ਕਲਾਸ ਜੌਬ ਤੇ ਸੀਗੇ, ਇੱਥੇ ਆ ਕੇ ਤੁਸੀਂ ਐਂਟਰੀ ਲੈਵਲ ਤੇ ਜੌਬ ਸ਼ੁਰੂ ਕੀਤੀ, ਤਾਂ ਉਸ ਨੂੰ ਮਾਈਂਡਸੈਟ ਨੂੰ ਐਕਸੈਪਟ ਕਰਨ ਦੇ ਲਈ ਕੀ ਤੁਸੀਂ ਇਸ ਤਰ੍ਹਾਂ ਡਿਫਰੈਂਟ ਕੀਤਾ ਕਿ ਯੂ ਆਰ ਵੈਰੀ ਹੈਪੀ ਵੂਮਨ? ਆਈ ਆਲਵੇਜ਼ ਸੀ ਯੂ ਐਜ਼ ਅ ਹੈਪੀ ਵੂਮਨ। ਸੋ ਜਿਹੜੇ ਨਵੇਂ ਆਉਂਦੇ ਹੈਗੇ ਆ, ਕਿਉਂਕਿ ਸਮਟਾਈਮਸ ਕਈ ਵਾਰੀ ਆ ਕੇ ਉਹ ਇਸ ਗੱਲ ਨੂੰ ਬਹੁਤ ਜ਼ਿਆਦਾ ਦਿਲ ਤੇ ਲਾ ਲੈਂਦੇ ਕਿ ਉੱਥੇ ਤਾਂ ਸਾਡੀ ਐਡੀ ਬੜੀ ਜੌਬ ਸੀ, ਇੱਥੇ ਆ ਕੇ ਅਸੀਂ ਆਹ ਕੁਝ ਕਰ ਰਹੇ ਹਾਂ, ਕੀ ਉਹਨਾਂ ਨੂੰ ਗਾਈਡੈਂਸ ਤੁਸੀਂ ਦੇਣੀ ਚਾਹੋਗੇ ਇਹਦੇ ਬਾਰੇ? ਸਭ ਤੋਂ ਪਹਿਲਾਂ ਤਾਂ ਚੈਲੰਜ ਜਿਹੜਾ ਹੈ ਉਹ ਅਸੈਪਟ ਹੋਣਾ ਚਾਹੀਦਾ। ਮੈਨੂੰ ਜਦੋਂ ਮੈਂ ਇੱਥੇ ਆਈ ਇਹੀ ਬਿਲਕੁਲ ਮੇਰੇ ਨਾਲ ਪ੍ਰੋਬਲਮ ਹੋਈ ਕਿ ਅਸੈਪਟੈਂਸ ਨਹੀਂ ਸੀ ਆ ਰਹੀ, ਕਿ ਜੇ ਜੌਬ ਦੇਖ ਰਹੀ ਸੀ ਤਾਂ ਬਹੁਤ ਲੋਅਰ ਲੈਵਲ ਤੋਂ ਸ਼ੁਰੂ ਕਰਨੀ ਪੈ ਰਹੀ ਸੀ। ਮੈਨੂੰ ਮੇਰੇ ਇੱਕ ਸੀਨੀਅਰ ਮਿਲੇ, ਉਹਨਾਂ ਨੇ ਮੈਨੂੰ ਜਵਾਬ ਦਿੱਤਾ, ਕਹਿੰਦੇ ਕਿ ਕਿਉਂ ਘਬਰਾਈ ਕਿਉਂ ਹੋਈ ਹੈ? ਮੈਂ ਕਿਹਾ ਵੀ ਮੈਨੂੰ ਲੱਗਦਾ ਨਹੀਂ ਕਿ ਮੈਂ ਇਹ ਸਾਰਾ ਕੁਝ ਇੱਥੇ ਅਚੀਵ ਕਰ ਸਕਦੀ ਹਾਂ। ਉਹਨਾਂ ਦਾ ਜਵਾਬ ਸੀ, ਕਹਿੰਦੇ ਕੈਨੇਡਾ ਨੇ ਤੁਹਾਨੂੰ ਸੱਦਿਆ ਸੀ? ਮੈਂ ਕਿਹਾ ਨਹੀਂ।
ਕਹਿੰਦੇ ਤੁਸੀਂ ਖੁਦ ਆਏ ਆ ਆਪਣੀ ਮਰਜ਼ੀ ਜੀ। ਨਾਲ, ਹੁਣ ਫੇਲ ਹੋ ਕੇ ਵਾਪਸ ਜਾਣਾ ਹੈ ਤਾਂ ਤੁਹਾਡੇ ਤੇ ਡਿਪੈਂਡ ਕਰਨਾ ਹੈ। Exactly. ਬਾਕੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਜਾਈਏ ਤਾਂ ਵੀ ਟਾਈਮ ਲੱਗਦਾ ਹੈ। ਜੀ। ਤਾਂ ਇਹ ਤਾਂ ਫਿਰ ਬਹੁਤ ਕੰਟਰੀ ਦਾ ਤੇ ਇੱਕ ਕਲਚਰ ਦਾ ਵੱਡਾ Culture ਸਾਰਾ ਦਾ ਡਿਫਰੈਂਸ difference, ਸੀ। ਜੀ। ਮੈਂ ਆ ਕੇ ਜੌਬ ਸ਼ੁਰੂ ਕੀਤੀ ਹੈ ਐਜ਼ ਅ ਜਨਰਲ ਲੇਬਰ। ਜਿਸ ਕੰਪਨੀ 'ਚ ਐਜ਼ ਅ ਪੈਕਰ ਗਈ ਸੀ, ਉੱਥੇ ਹੀ ਅੱਜ ਮੈਂ ਐਜ਼ ਅ ਫੂਡ ਸੇਫਟੀ ਕੁਆਲਿਟੀ ਐਂਡ ਰੈਗੂਲੇਟਰੀ ਅਫੇਅਰਸ ਨੂੰ ਡੀਲ ਕਰ ਰਹੀ ਜੀ। ਹਾਂ। ਮੈਂ ਆਪਣੇ ਮੈਨੇਜਰ ਨੂੰ ਵਾਰ-ਵਾਰ ਕਹਿਣ ਤੇ ਕਿ ਮੈਨੂੰ ਪਲੀਜ਼ ਇੱਕ ਮੌਕਾ ਦਿਓ ਕੰਮ ਕਰਨ ਦਾ, ਤਾਂ ਦੈਨ ਹੀ ਅਸੈਪਟਡ ਐਂਡ ਦੈਨ ਹੀ ਗੇਵ ਮੀ ਦਾ ਚਾਂਸ। ਬਟ ਉਸ ਚਾਂਸ ਨੂੰ ਅਵੇਲ ਕਰਨਾ ਤੇ ਪ੍ਰੂਵ ਕਰਨਾ ਇੱਕ ਬਹੁਤ ਵੱਡੀ ਡਿਫਰੈਂਸ ਹੁੰਦਾ ਹੈ। ਤੁਸੀਂ ਆਪਣਾ ਸਟੇਟਸ ਪਾ ਸਕਦੇ ਹੋ, ਪਰ ਇੰਡੀਅਨ ਐਜੂਕੇਸ਼ਨ ਦੇ ਨਾਲ ਨਹੀਂ। ਸਾਨੂੰ ਪੜ੍ਹਨਾ ਪੈਣਾ ਸੀ, ਟੈਸਟ ਦੇਣੇ ਪੈਣੇ ਸੀ, ਆਪਣੇ ਆਪ ਨੂੰ ਇਸ ਲੈਵਲ ਤੇ ਲਿਆਉਣਾ ਪੈਣਾ ਸੀ। ਜੀ। ਦਰਸ਼ਕੋ, ਇਸੇ ਤਰ੍ਹਾਂ ਹੀ ਸੀ ਕਿ ਜਿਹੜੀ ਆ ਗੱਲਬਾਤ ਜਾਰੀ ਰੱਖਾਂਗੇ। ਉਸ ਤੋਂ ਪਹਿਲਾਂ ਅਸੀਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ। ਸਰਦਾਰ ਗਿੱਲ ਸਵੀਟ ਫੈਕਟਰੀ ਦੇ ਕਿਚਨ ਤੋਂ ਤੁਹਾਡੀ ਟੇਬਲ ਤੱਕ ਸਭ ਦੀਆਂ ਮਨਪਸੰਦ ਵੈਜੀਟੇਰੀਅਨ ਡਿਸ਼ਸ ਬਿਲਕੁਲ ਲਾਜਵਾਬ ਸਵਾਦ ਅਤੇ ਅਫੋਰਡੇਬਲ ਪ੍ਰਾਈਸਸ ਦੇ ਨਾਲ। ਇਸ ਤੋਂ ਇਲਾਵਾ ਸਮੋਸਾ ਅਤੇ ਮਨਪਸੰਦ ਵੱਖ-ਵੱਖ ਮਿਠਾਈਆਂ। ਓਨਲੀ ਐਟ ਗਿੱਲ ਸਵੀਟ ਫੈਕਟਰੀ। We also specialize for weddings, catering and wholesale. Please visit us, Gill Sweet Factory, 2131 Williams Parkway, intersection Airport and Williams Parkway. Gill Sweet Factory, samosa, sweets and more. ਸਕਾਈਡੋਮ ਆਟੋ ਬਾਡੀ ਸੈਂਟਰ, ਜਿਨ੍ਹਾਂ ਵੱਲੋਂ ਗੱਡੀਆਂ ਦਾ ਬਾਡੀ ਵਰਕ, ਮਕੈਨੀਕਲ ਵਰਕ ਦੇ ਨਾਲ ਏਸੀ, ਮਫਲਰ ਤੇ ਐਗਜ਼ੌਸਟ ਦਾ ਕੰਮ ਵੀ ਕਰਾ ਸਕਦੇ ਹੋ। ਗੱਡੀਆਂ ਦੀ ਅਲਾਈਨਮੈਂਟ, ਐਮਿਸ਼ਨ ਟੈਸਟ, ਨਵੇਂ ਅਤੇ ਪੁਰਾਣੇ ਟਾਇਰ ਵੀ ਪਵਾ ਸਕਦੇ ਹੋ। ਇਹਨਾਂ ਵੱਲੋਂ ਟਰੱਕਸ ਦਾ ਬਾਡੀ ਵਰਕ ਵੀ ਕੀਤਾ ਜਾਂਦਾ ਹੈ। ਇਹ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਹੀ ਡੀਲ ਕਰਦੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9058749878। ਸਕਾਈਡੋਮ ਆਟੋ ਬਾਡੀ ਸੈਂਟਰ। ਅਗਰ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਕ੍ਰਿਮੀਨਲ ਚਾਰजेस ਲੱਗ ਗਏ ਨੇ ਤਾਂ ਲੋਕੀਅਲ ਕੈਂਬਲ ਪੋਜ਼ਨਰ ਅਪੀਲ ਲਾਇਰਸ ਨੇ ਤੁਹਾਡੇ ਕੇਸ ਨੂੰ ਵਧੀਆ ਤਰੀਕੇ ਨਾਲ ਹੱਲ ਕਰਵਾ ਸਕਦੇ ਨੇ। ਕੋਰਟ ਵਿੱਚ ਜਾਣਾ ਹੈ ਤੇ ਵਧੀਆ ਵਕੀਲਾਂ ਦਾ ਤੁਹਾਡੀ ਸਾਈਡ ਤੇ ਹੋਣਾ ਜ਼ਰੂਰੀ ਹੈ। ਲੋਕੀਅਲ ਕੈਂਬਲ ਪੋਜ਼ਨਰ ਇੱਕ ਇਹੋ ਜਿਹੀ ਫਰਮ ਹੈ ਜੋ ਤੁਹਾਨੂੰ ਵਧੀਆ ਰੈਪਰੈਜ਼ੈਂਟੇਸ਼ਨ ਦੇ ਸਕਦੇ ਨੇ। 416 847 2560 ਲੋਕੀਅਲ ਕੈਂਬਲ ਪੋਜ਼ਨਰ। ਰੈਕਸਡੇਲ ਫਾਈਨੈਂਸ਼ੀਅਲ ਸਰਵਿਸਿਜ਼। ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਸਰਵਿਸ ਦੀ ਜ਼ਰੂਰਤ ਲਈ, ਜਿੱਦਾਂ ਕਿ ਬਿਜ਼ਨਸ, ਪਰਸਨਲ, ਕਮਰਸ਼ੀਅਲ ਲੋਨਸ, ਫਰਸਟ, ਸੈਕੰਡ ਐਂਡ ਥਰਡ ਮਾਰਗੇਜ, ਰੀਫਾਈਨੈਂਸ, ਸੈਲਫ ਐਮਪਲੋਇਡ, ਨਿਊ ਇਮੀਗ੍ਰੈਂਟ ਹੋ, ਨੋ ਕ੍ਰੈਡਿਟ ਜਾਂ ਬੈਡ ਕ੍ਰੈਡਿਟ ਹੈ, ਰੈਨੋਵੇਸ਼ਨ ਤੇ ਕੰਸਟਰਕਸ਼ਨ ਫਾਈਨੈਂਸਿੰਗ। 19 ਵੁੱਡਬਾਈਨ ਡਾਊਨ ਬੁਲੇਵਾਰਡ, ਯੂਨਿਟ 201, ਇਟੋਬਿਕੋ। ਫੋਨ 4166747050। Rexdale Financial Services, helping to serve you better. ਚਿੰਕੂਜ਼ੀ ਅਤੇ ਵੈਲਨੈਸ ਦੇ ਇਲਾਕੇ ਵਾਲਿਆਂ ਵਾਸਤੇ ਖੁਸ਼ਖਬਰੀ, ਰਾਇਲ ਟੇਸਟ ਸਵੀਟ ਐਂਡ ਰੈਸਟੋਰੈਂਟ ਖੁੱਲ ਚੁੱਕਾ ਹੈ। ਵੈਲਨੈਸ ਅਤੇ ਚਿੰਕੂਜ਼ੀ ਦੇ ਬਿਲਕੁਲ ਖੂੰਜੇ ਤੇ TD ਬੈਂਕ ਵਾਲੇ ਪਲਾਜ਼ੇ ਤੇ, ਜਿੱਥੋਂ ਤੁਸੀਂ ਵਧੀਆ ਮਠਿਆਈਆਂ ਬਹੁਤ ਸਸਤੇ ਭਾਅ ਖਰੀਦ ਸਕਦੇ ਹੋ। ਪਿਓਰ ਵੈਜੀਟੇਰੀਅਨ ਖਾਣੇ ਤੋਂ ਇਲਾਵਾ ਹਰ ਤਰ੍ਹਾਂ ਦੀ ਕੇਟਰਿੰਗ ਦਾ ਇੰਤਜ਼ਾਮ ਹੈ। 2 ਟਰੱਕ ਤੁਹਾਡੇ ਘਰੇ ਆ ਜਾਣਗੇ ਤੇ ਤੁਹਾਡੇ ਮਹਿਮਾਨਾਂ ਨੂੰ ਸਵਾਦਲਾ ਖਾਣਾ ਪਰੋਸਣਗੇ। ਰਾਇਲ ਟੇਸਟ ਸਵੀਟ ਐਂਡ ਰੈਸਟੋਰੈਂਟ, ਰਾਇਲ ਟੇਸਟ ਵਾਸਤੇ। ਜਾਣਕਾਰੀ ਲਈ ਫੋਨ ਨੰਬਰ 905 846 1011। ਰਾਇਲ ਟੇਸਟ। ਬ੍ਰਾਈਟਵੁੱਡ ਕਿਚਨ। ਜੀ ਹਾਂ, ਜੇ ਤੁਸੀਂ ਆਪਣੇ ਕਿਚਨ ਨੂੰ ਹੋਰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਰੈਨੋਵੇਟ ਕਰਵਾਉਣਾ ਚਾਹੁੰਦੇ ਹੋ, ਤੁਸੀਂ ਕੰਟੈਕਟ ਕਰ ਸਕਦੇ ਹੋ ਬ੍ਰਾਈਟਵੁੱਡ ਕਿਚਨ ਦੇ ਨਾਲ, ਜਿਹੜੇ ਤੁਹਾਨੂੰ ਕੁਆਲਿਟੀ ਦੇ ਨਾਲ ਫਲੈਕਸੀਬਿਲਿਟੀ ਦਾ ਕੰਮ ਕਰਕੇ ਦੇਣਗੇ ਤੇ ਬਿਲਕੁਲ ਹੀ ਸਹੀ ਸਮੇਂ ਦੇ ਵਿੱਚ ਤੇ ਬਿਲਕੁਲ ਹੀ ਜੈਨੂਇਨ ਪ੍ਰਾਈਸ ਦੇ ਵਿੱਚ। ਤੇ ਫਿਰ ਦੇਰ ਕਿਸ ਗੱਲ ਦੀ, ਹੁਣੇ ਕੰਟੈਕਟ ਕਰੋ ਬ੍ਰਾਈਟਵੁੱਡ ਕਿਚਨ ਵਾਲਿਆਂ ਦੇ ਨਾਲ, ਜਿਨ੍ਹਾਂ ਦਾ ਐਡਰੈਸ ਹੈ 370 ਟੈਪਸਕੋਟ ਰੋਡ, ਯੂਨਿਟ P, ਸਕਾਰਬਰੋ। ਜਿਨ੍ਹਾਂ ਦਾ ਫੋਨ ਨੰਬਰ ਹੈ 4167542844 ਜਾਂ 4163212844। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰੇ ਦਰਸ਼ਕਾਂ ਦਾ ਹਿਡਨ ਟੈਲੈਂਟ ਸ਼ੋਅ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਹਰਪ੍ਰੀਤ ਕੌਰ ਜੀ ਦੇ ਨਾਲ, ਜਿਨ੍ਹਾਂ ਨੇ ਆਪਣੀ ਡਾਂਸ ਦੀ ਪਰਫਾਰਮੈਂਸ ਦੇ ਕੇ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕੀਤਾ। ਸੋ ਹਰਪ੍ਰੀਤ ਜੀ, ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ ਵੈਲਕਮ। ਥੈਂਕ ਯੂ। ਹਰਪ੍ਰੀਤ, ਅਸੀਂ ਗੱਲ ਕਰ ਰਹੇ ਸੀਗੇ ਆਪਣੀ ਜਿਹੜੀ ਕਿ ਇੰਡੀਆ ਤੋਂ ਆਪਾਂ ਜਦੋਂ ਮਾਈਗ੍ਰੇਟ ਹੋ ਕੇ ਆਉਂਦੇ ਹਾਂ, ਉਹਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਹਰਡਲਸ ਆਉਂਦੀਆਂ ਹੈਗੀਆਂ, ਉਹਦੇ ਬਾਰੇ ਗੱਲ ਕਰ ਰਹੇ ਸੀ। ਸੋ ਤੁਸੀਂ ਦੱਸ ਰਹੇ ਹੋ ਕਿ ਥੋੜ੍ਹਾ ਜਿਹਾ ਜਿਸ ਤਰ੍ਹਾਂ ਕਿਹਾ ਕਿ ਆਪਣੇ ਆਪ ਨੂੰ ਅਪਗ੍ਰੇਡ ਤਾਂ ਕਰਨਾ ਹੀ ਪੈਂਦਾ ਹੈ ਜੇ ਤੁਸੀਂ ਇੱਥੇ ਦੀ ਸੁਸਾਇਟੀ ਦੇ ਵਿੱਚ ਫਿੱਟ ਹੋਣਾ ਤਾਂ। ਯਾ ਸੋ ਦਰਸ਼ਕੋ, ਇਹਨਾਂ ਦੇ ਕਹਿਣ ਦੇ ਮੁਤਾਬਿਕ ਕਰਦੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ, ਪਰ ਉਸ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਇਹ ਨੈਕਸਟ ਪਰਫਾਰਮੈਂਸ ਆ ਉਹ ਅਸੀਂ ਦੇਖਦੇ ਹਾਂ। ਹਰਪ੍ਰੀਤ ਜੀ।
ਸੂਰਤ ਹਰਪ੍ਰੀਤ ਜੀ ਬਹੁਤ ਵਧੀਆ ਰਹੀ ਤੁਹਾਡੀ ਜਿਹੜੀ ਇਹ ਵਾਲੀ ਪਰਫਾਰਮੈਂਸ ਵੀ ਜਿਹੜੀ ਆ ਬਹੁਤ ਹੀ ਖੂਬਸੂਰਤ ਸੀਗੀ ਪਹਿਲੀ ਵਾਲੀ ਆਈਟਮ ਦੇ ਨਾਲੋਂ ਵੀ ਜਿਹੜੀ ਆ ਇਹ ਆਈਟਮ ਜਿਹੜੀ ਆ ਜ਼ਿਆਦਾ ਬੈਟਰ ਸੀਗੀ ਸੋ ਦਰਸ਼ਕੋ ਤੁਸੀਂ ਜੇ ਚਾਹੁੰਦੇ ਹੋ ਕਿ ਜਿਹੜੇ ਹਰਪ੍ਰੀਤ ਜੀ ਆ ਸਾਡੇ ਲਈ ਮੁੜ ਕੇ ਦੁਆਰਾ ਤੁਹਾਨੂੰ ਆ ਕੇ ਆਪਣੇ ਜਿਹੜੇ ਟੈਲੈਂਟ ਆ ਉਹਦਾ ਤੁਹਾਨੂੰ ਦਿਖਾਣ ਤਾਂ ਤੁਸੀਂ ਇਹਨਾਂ ਦੇ ਲਈ ਜਿਹੜੀ ਆ VOTING ਕਰੋ hiddentalentcanada@gmail.com ਤੇ ਔਰ ਤੁਸੀਂ ਸਬਜੈਕਟ ਲਾਈਨ ਦੇ ਵਿੱਚ ਲਿਖਣਾ ਹੈਗਾ ਕੰਟੈਸਟੈਂਟ ਨੰਬਰ 6 ਹਰਪ੍ਰੀਤ ਕੌਰ ਹਰਪ੍ਰੀਤ ਜੀ ਤੁਸੀਂ ਥੈਂਕ ਯੂ ਵੈਰੀ ਮਚ ਤੁਹਾਡਾ ਸ਼ੋਅ ਦੇ ਵਿੱਚ ਆਉਣ ਦੇ ਲਈ ਤੇ ਤੁਸੀਂ ਆਪਾਂ ਥੋੜੀ ਜਿਹੀ ਹੋਰ ਆਪਾਂ ਉਸ ਦੇ ਬਾਰੇ ਵੀ ਗੱਲ ਕਰਦੇ ਹਾਂ ਜਿਹੜਾ ਤੁਸੀਂ ਟੈਲੈਂਟ ਆਪਣਾ ਜਿਹੜਾ ਅੱਜ ਤੁਸੀਂ ਲੈ ਕੇ ਆਏ ਹੋ ਇੰਨਾ ਅੱਛਾ ਤੁਸੀਂ ਪਰਫਾਰਮ ਕਰਦੇ ਹੋ ਇੰਨਾ ਤੁਹਾਡਾ ਸੁਰ ਔਰ ਤਾਲ ਦੇ ਉੱਤੇ ਕਹਿ ਲਓ ਕਿ ਕੈਚ ਹੈਗਾ ਹੈ ਕੀ ਤੁਸੀਂ ਕਦੀ ਇੱਦਾਂ ਨਹੀਂ ਸੋਚਿਆ ਕਿ ਕਦੀ ਮੈਂ ਪ੍ਰੋਫੈਸ਼ਨਲ ਵੀ ਬਣਾ ਇਸ ਟੈਲੈਂਟ ਦੇ ਜ਼ਰੀਏ ਨਹੀਂ ਮੈਨੂੰ ਲੱਗਿਆ ਹੀ ਨਹੀਂ ਕਦੀ ਟਾਈਮ ਹੀ ਨਹੀਂ ਮਿਲਿਆ ਕਦੀ ਟਾਈਮ ਹੀ ਨਹੀਂ ਮਿਲਿਆ ਕਦੀ ਟਾਈਮ ਨਹੀਂ ਮਿਲਿਆ ਪਰ ਦਿਲ ਦੇ ਵਿੱਚ ਕੋਈ ਐਸੀ ਇੱਛਾ ਹੈਗੀ ਹੈ ਕਿ ਕਦੀ ਤੁਸੀਂ ਐਜ਼ ਅ ਪ੍ਰੋਫੈਸ਼ਨਲ ਲਾਈਕ ਐਜ਼ ਅ ਡਾਂਸਰ ਲਾਈਕ ਕਹਿ ਲਓ ਕਿ ਸਟੇਜ ਦੇ ਉੱਤੇ ਤੁਸੀਂ ਪਰਫਾਰਮ ਕਰੋ ਗਾਣ ਦਾ ਸ਼ੌਂਕ ਸੀ ਤਾਂ ਉਦੋਂ ਬਹੁਤ ਲੱਗਦਾ ਹੁੰਦਾ ਸੀ ਕਿ ਮੈਨੂੰ ਗਾਣਾ ਚਾਹੀਦਾ ਹੈ ਕਦੀ ਕਿਤੇ ਬਟ ਹੁਣ ਤਾਂ ਫੈਮਿਲੀ ਚ ਇੰਨੀ ਜ਼ਿਆਦਾ ਉਹ ਹੋ ਗਈ ਕਿ ਇਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਨਹੀਂ ਗਿਆ ਅੱਛਾ ਜੀ ਹਰਪ੍ਰੀਤ ਜੀ ਨੇ ਆਪੇ ਦੱਸ ਦਿੱਤਾ ਕਿ ਡਾਂਸ ਦੇ ਨਾਲ ਨਾਲ ਇੱਕ ਗਾਣਾ ਵੀ ਗਾ ਲੈਂਦੇ ਹੈਗੇ ਆ ਸੋ ਹਰਪ੍ਰੀਤ ਤੁਸੀਂ ਕੋਈ ਏਦਾਂ ਦੀ ਆਈਟਮ ਥੋੜੀ ਪਤਾ ਨਮੂਨਾ ਜਿਹਾ ਪੇਸ਼ ਕਰੋਗੇ ਕੋਈ ਗਾਣੇ ਦਾ ਜਿਹੜਾ ਹੋਵੇ ਕਿ ਤੁਸੀਂ ਆਪਣੇ ਸਾਡੇ ਦਰਸ਼ਕਾਂ ਦੇ ਰੂਬਰੂ ਜਿਵੇਂ ਪਹਿਲੀਆਂ ਦੋਨੋਂ ਪਰਫਾਰਮੈਂਸ ਵੀ ਤੁਸੀਂ ਦੇਖਿਆ ਕਲਚਰਲ ਹੀ ਸੀਗੀਆਂ ਤਾਂ ਗਾਣਾ ਵੀ ਮੈਨੂੰ ਫੋਕ ਹੀ ਜ਼ਿਆਦਾ ਚੰਗਾ ਲੱਗਦਾ ਆਈ ਐਮ ਨਾਟ ਰਾਈਟ ਨਾਓ ਵੈਲ ਪ੍ਰੀਪੇਅਰਡ ਕਿ ਕੋਈ ਫੁੱਲ Song ਪਰ ਫਿਰ ਵੀ ਕੁਝ ਵੀ ਦੋ ਲਾਈਨਾਂ ਹਾਂਜੀ ਕਿਸੇ ਵੀ ਮਾਏ ਨੀ ਮੇਰੇ ਦਿਲ ਨੂੰ ਖੌਫ ਜਿਹਾ ਖਾਏ ਹਾਏ ਕੰਧਾਂ ਉੱਤੋਂ ਮਿਟ ਜਾਣੇ ਮੇਰੇ ਕੁੱਗੀਆਂ ਕਬੂਤਰ ਪਾਏ ਆਰੀ ਵੇ ਸੁਣਿਆਰੀ ਸਾਡੀ ਚਿੜੀਆਂ ਦੇ ਵਾਂਗ ਉਡਾਰੀ ਸਈਓ ਨੀ ਮੈਂ ਚੁਗਣ ਚੱਲੀ ਜਿੱਥੇ ਗਈ ਮੇਰੀ ਚੋਗ ਖਿਡਾਰੀ ਖੇੜਾ ਵੇ ਸੁਣ ਖੇੜਾ ਵੀਰਾ ਵਸਦਾ ਰਵੇ ਤੇਰਾ ਵੇੜਾ ਪੈਣਾ ਪਰਦੇਸਣਾ ਦਾ ਹੁਣ ਵੱਜਣਾ ਸਬੱਬ ਨਾਲ ਗੇੜਾ ਰਾਈ ਵੇ ਸੁਣ ਰਾਈ ਰਾਤ ਤੱਕ ਦਾ ਪੈਣ ਦਾ ਪਾਈ ਬਹੁਤਿਆਂ ਪਿਆਰਾਂ ਵਾਲੀਏ ਤੇਰੀ ਰੱਖੜੀ ਡਾਕ ਵਿੱਚ ਆਈ ਮਾਏ ਨੀ ਸੁਣ ਮਾਏ बहुत खूबसूरत बहुत ही ਵਧੀਆ ਗਾਇਆ ਔਰ ਇਹ ਇਹਨਾਂ ਨੇ ਗਾਇਆ ਹੈਗਾ ਬਿਨਾਂ ਕਿਸੇ ਤਿਆਰੀ ਤੋਂ ਸੋ ਵੀ ਕੈਨ ਵੈਲ ਇਮੇਜਿਨ ਕਿ ਜੇ ਇਹ ਤਿਆਰੀ ਕਰਕੇ ਆਪਣਾ ਆਉਂਦੇ ਤੇ ਕਿੰਨੀ ਜ਼ਿਆਦਾ ਹੋਰ ਵੀ ਬੈਟਰ ਜਿਹੜੀ ਪਰਫਾਰਮੈਂਸ ਹੁੰਦੀ ਸੀ ਬਹੁਤ ਖੂਬਸੂਰਤੀ ਨਾਲ ਗਾਇਆ ਤੁਸੀਂ ਹਰਪ੍ਰੀਤ ਜੀ ਸੋ ਦੋਸਤੋ ਇਹ ਸੀ ਕਿ ਸਾਡਾ ਅੱਜ ਦਾ ਜਿਹੜਾ ਐਪੀਸੋਡ ਹੈਗਾ ਆ ਹਿਡਨ ਟੈਲੈਂਟ ਦਾ ਤੇ ਤੁਸੀਂ ਚਾਹੁੰਦੇ ਹੋ ਕਿ ਹਰਪ੍ਰੀਤ ਜੀ ਮੁੜ ਕੇ ਆਉਣ ਤੁਸੀਂ ਇਹਨਾਂ ਨੂੰ ਸੈਮੀਫਾਈਨਲ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੇ ਇਹਨਾਂ ਦੇ ਲਈ ਜ਼ਰੂਰ ਵੋਟ ਕਰੋ hiddentalentcanada@gmail.com ਤੇ ਔਰ ਇਹਨੇ ਕੰਟੈਸਟੈਂਟ ਨੰਬਰ 6 ਸਬਜੈਕਟ ਲਾਈਨ ਦੇ ਵਿੱਚ ਤੁਸੀਂ ਲਿਖਣਾ ਕੰਟੈਸਟੈਂਟ ਨੰਬਰ 6 ਹਰਪ੍ਰੀਤ ਕੌਰ ਜੇ ਤੁਸੀਂ ਈਮੇਲ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਸਾਡੇ ਫੇਸਬੁੱਕ ਤੇ ਪੇਜ ਆਵਾਜ਼ ਇੰਟਰਨੈਸ਼ਨਲ ਦੇ ਉੱਤੇ ਇਨਬਾਕਸ ਮੈਸੇजेस ਕਰਕੇ ਵੀ ਤੁਸੀਂ ਦੱਸ ਸਕਦੇ ਹੋ ਕਿ ਕੰਟੈਸਟੈਂਟ ਨੰਬਰ 6 ਹਰਪ੍ਰੀਤ ਕੌਰ ਜੀ ਦੀ ਪਰਫਾਰਮੈਂਸ ਤੁਹਾਨੂੰ ਬਹੁਤ ਵਧੀਆ ਲੱਗੀ ਔਰ ਤੁਸੀਂ ਚਾਹੁੰਦੇ ਹੋ ਕਿ ਇਹ ਕੰਟੈਸਟ ਜਿਹੜਾ ਹੈਗਾ ਇਹ ਹਰਪ੍ਰੀਤ ਜੀ ਜਿੱਤਣ ਤਾਂ ਉਸ ਦੇ ਲਈ ਤੁਸੀਂ ਸਾਨੂੰ ਈਦਰ ਈਮੇਲ ਕਰ ਸਕਦੇ ਹੋ hiddentalentcanada@gmail.com ਜਾਂ ਫਿਰ ਫੇਸਬੁੱਕ ਦੇ ਪੇਜ ਆਵਾਜ਼ ਇੰਟਰਨੈਸ਼ਨਲ ਔਰ ਜਦੋਂ ਤੁਸੀਂ ਆਵਾਜ਼ ਇੰਟਰਨੈਸ਼ਨਲ ਨੂੰ ਸਰਚ ਕਰਨਾ ਤੁਸੀਂ ਸਰਚ ਕਰਨਾ ਹੈਗਾ AWAZ ਇੰਟਰਨੈਸ਼ਨਲ ਆਵਾਜ਼ ਇੰਟਰਨੈਸ਼ਨਲ ਹਰਪ੍ਰੀਤ ਜੀ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਤੁਸੀਂ ਪ੍ਰੋਗਰਾਮ ਦੇਖੀ ਦੇ ਵਿੱਚ ਕੁਝ ਕਹਿਣਾ ਚਾਹੋਗੇ ਮੈਂ ਸਿਰਫ ਇੱਕੋ ਹੀ ਗੱਲ ਕਹਿਣਾ ਚਾਹੂੰਗੀ ਕਿ ਟੈਲੈਂਟ ਸਾਰਿਆਂ ਦੇ ਵਿੱਚ ਹੁੰਦਾ ਪਰ ਉਹਨੂੰ ਅੱਗੇ ਲੈ ਕੇ ਆਣਾ ਬਹੁਤ ਜ਼ਿਆਦਾ ਔਖਾ ਨਹੀਂ ਸੌਖਾ ਹੁੰਦਾ ਸਪੈਸ਼ਲੀ ਹਿਡਨ ਟੈਲੈਂਟ ਪ੍ਰੋਗਰਾਮ ਦੇ ਅੱਗੇ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਵੱਡੀ ਸੈਲੀਬ੍ਰਿਟੀ ਹੋਣੇ ਚਾਹੀਦੇ ਹੋ ਜਸਟ ਇਹ ਪਲੇਟਫਾਰਮ ਦੀ ਅੱਛੀ ਚੀਜ਼ ਹੈ ਜੀ ਬਿਲਕੁਲ ਸੋ ਤੁਸੀਂ ਦੋਸਤੋ ਹਜੇ ਵੀ ਤੁਸੀਂ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ hiddentalentcanada@gmail.com ਤੇ ਜਾਂ ਅਗੇਨ ਆਵਾਜ਼ ਇੰਟਰਨੈਸ਼ਨਲ ਦੇ ਪੇਜ ਦੇ ਉੱਤੇ ਇਨਬਾਕਸ ਮੈਸੇਜ ਕਰਕੇ ਤੁਸੀਂ ਆਪਣਾ ਨਾਮ ਆਪਣਾ ਫੋਨ ਨੰਬਰ ਔਰ ਕਿਸ ਤਰ੍ਹਾਂ ਦਾ ਟੈਲੈਂਟ ਜਿਹੜਾ ਹੈ ਤੁਸੀਂ ਪੇਸ਼ ਕਰਨਾ ਚਾਹੁੰਦੇ ਹੋ ਉਹਦੇ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਆਪਣਾ ਕੋਈ ਵੀ ਟੈਲੈਂਟ ਹੈਗਾ ਜਿਹੜਾ ਸਿੰਗਿੰਗ ਔਰ ਡਾਂਸਿੰਗ ਦਾ ਤਾਂ ਤੁਸੀਂ ਦੇਖ ਚੁੱਕੇ ਆਲਰੇਡੀ ਪਰ ਜੇ ਤੁਹਾਡੇ ਵਿੱਚ ਕੋਈ ਪੋਇਟਰੀ ਰਾਈਟਿੰਗ ਦਾ ਹੈਗਾ ਜਾਂ ਸਟੋਰੀ ਰਾਈਟਿੰਗ ਦਾ ਹੈਗਾ ਤੁਸੀਂ ਉਹਦੇ ਲਈ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਜਾਂ ਕੋਈ ਕਾਮੇਡੀ ਤੁਸੀਂ ਕਰ ਸਕਦੇ ਹੋ ਕੋਈ ਸਟੈਂਡ ਅਪ ਕਾਮੇਡੀ ਜਾਂ ਕੋਈ ਕਿਸੇ ਕਿਸਮ ਦਾ ਕਹਿ ਲਓ ਕਿ ਮੋਨੋ ਐਕਟਿੰਗ ਵਾਲੇ ਜਿਹੜੇ ਸਕਿਟਸ ਹੁੰਦੇ ਆ ਤੁਸੀਂ ਉਹ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸੋ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਇਹ ਐਪੀਸੋਡ ਸੋ ਹਰਪ੍ਰੀਤ ਜੀ ਥੈਂਕ ਯੂ ਵੈਰੀ ਮਚ ਫॉर ਬੀइंग ਪਾਰਟ ਆਫ ਇਟ ਸੋ ਦੋਸਤੋ ਅਗਲੇ ਟਿਊਜ਼ਡੇ ਫਿਰ ਅਗਲਾ ਐਪੀਸੋਡ ਲੈ ਕੇ ਤੁਹਾਡੇ ਦੇ ਲਈ ਫਿਰ ਹਾਜ਼ਰ ਹੋਵਾਂਗੇ ਜਦ ਤੱਕ ਦਿਓ ਮੈਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ